बिस्मिल्लाहिर्रहमानिर्रहीम। मेरे सज्जनों मित्रों ते बेलियो की हाल चाल है सारिਆਂ ਦਾ। अल्लाह ताला इजात मेरे सारे ਦੋਸਤਾਂ ਨੂੰ ਆਪਣੇ ਹਿਫਜ਼ੋ ਮਾਨ 'ਚ ਰੱਖੇ। ਅਸੀਂ ਅੱਜ ਜਨਾਬ ਬੈਠੇ ਤਾਂ ਦੁਕਾਨ ਤੇ ਤਸ਼ਰੀਫ ਹੈਦਰ ਨੂੰ ਆਖਿਆ ਜਨਾਬ ਕੋਈ ਵੀਡੀਓ ਹੀ ਬਣਾ ਲਈਏ। ਅੱਜ ਵਾਹਵਾ ਦਿਨ ਲੰਘ ਚੱਲੇ ਹੁਣ ਰੋਜ਼ਿਆਂ ਨੂੰ, ਅੱਗੋਂ ਵੀਡੀਓ ਦੀ ਆਪਣੇ ਵਲੌਗ ਦੀ ਰੂਟੀਨ ਬਣਾਈਏ ਕੋਈ ਨਾ ਕੋਈ। ਤੇ ਅੱਜ ਤਸ਼ਰੀਫ ਹੈਦਰ ਨਾਲ ਅਸੀਂ ਸਵਾਲੋ ਜਵਾਬ ਕਰਨੇ, ਇਹਨਾਂ ਨੂੰ ਪੁੱਛਨੇ ਆ ਕਿ ਜਿਮ ਵਾਲੇ ਪਾਸੇ ਦੇਣ ਇਹਨਾਂ ਦਾ ਗਿਆ ਕਿਵੇਂ, ਕਿਉਂਕਿ ਤਸੀਫ ਹੈਦਰ ਨੂੰ ਜਿਮ ਛੱਡੀ ਨੂੰ 20 ਕੁ ਸਾਲ ਤੇ ਹੋ ਗਏ ਹੋਣਗੇ। ਇੰਨੀ ਕੁ ਦੇਰ ਹੋ ਗਈ 20 ਕੁ ਸਾਲ ਹੋ ਗਏ ਇਹਨੂੰ ਜਿਮ ਛੱਡੀ ਨੂੰ, ਤੇ 20 ਸਾਲਾਂ ਬਾਅਦ ਦੁਬਾਰਾ ਜਿਮ ਲਾਉਣ ਤੇ ਕਿਵੇਂ ਦਿਲ ਕੀਤਾ, ਜਿਮ ਬਣਿਆ ਕਿਵੇਂ, ਤੇ ਕਿਹੜੀਆਂ ਕਿਹੜੀਆਂ ਮਸ਼ੀਨਾਂ ਕਿੱਥੋਂ ਕਿੱਥੋਂ ਆਈਆਂ, ਤੇ ਬੜੀ ਮਿਹਨਤ ਨਾਲ ਇਕੱਠੀਆਂ ਕੀਤੀਆਂ। ਹਾਂ, ਬੜੀ ਮਿਹਨਤ ਨਾਲ ਇਕੱਠੀਆਂ ਕੀਤੀਆਂ ਨੇ, ਤੁਸੀਂ ਵੇਖ ਲਓ। ਤੇ ਇਹਦੇ ਮੁਤਲਕ ਪੁੱਛਨੇ ਆ। ਹਾਂ ਜੀ ਤਸੀਫ ਹੈਦਰ ਸਾਹਿਬ ਕੀ ਵਜ੍ਹਾ ਬਣ ਗਈ ਜੀ ਭਈ ਉਹ ਇਸ ਤਰ੍ਹਾਂ ਹੈ ਕਿ ਮੈਂ ਘਰ ਬੈਠਾ ਸਾਂ, ਨਾਸ਼ਤੇ ਦਾ ਟਾਈਮ ਸੀ, ਨਾਸ਼ਤਾ ਕਰਕੇ ਜਨਾਬ ਮੈਂ ਉੱਤੇ ਜਾ ਕੇ ਲੇਟ ਗਿਆ। ਠੰਡ ਹੈਗੀ ਸੀ ਉਦੋਂ, ਤੇ ਉਸ ਤੋਂ ਬਾਅਦ ਮੈਂ ਫਿਰ ਕੁਝ ਚਾਵਲ ਥੋੜੇ ਜਿਹਾ ਖਾ ਲਏ 2 ਘੰਟਿਆਂ ਬਾਅਦ। ਅੱਛਾ। ਤੇ ਉਹ ਨਾ ਮਜ਼ੇ ਦੇ ਲੱਗੇ, ਉੱਤੇ ਸਾਰਾ ਕੁਝ ਪਾ ਪੂ ਕੇ ਚਸਕਿਆਂ ਨਾਲ ਮੈਂ ਖਾਧੀ ਗਿਆ। ਮੈਂ ਉਵੇਂ ਹੀ ਉੱਥੇ ਹੀ ਲੇਟ ਗਿਆ। ਤੇ ਕੋਈ ਘੰਟਾ ਕੋ ਲੰਘਿਆ, ਘੰਟਾ ਵੀ ਨਹੀਂ ਲੰਘਿਆ ਹੁਣ ਉਹ ਉਸਤਾਦ ਜੀ ਮੇਰੇ ਗੈਸ ਜਿਵੇਂ ਨਹੀਂ ਹੋ ਜਾਂਦੀ ਉਵੇਂ, ਤੇ ਮੇਰਾ ਤਾਂ ਸਾਹ ਨਾ ਨਿਕਲੇ। ਮੈਂ ਹਿਸਾਬ ਲਾਇਆ ਕਿ ਨਹੀਂ ਹੁਣ ਜਿਹੜਾ ਨਾ ਇਹ ਕੰਮ ਨਹੀਂ ਸਹੀ ਹੈਗਾ। ਇੱਕ ਤਾਂ ਮੁਨਾਸਬ ਖਾਣਾ ਜਿਹੜਾ ਨਾ ਉਹ ਸਿਹਤ ਲਈ ਬਹੁਤ ਜ਼ਰੂਰੀ ਹੈ। ਹਾਂ ਅੱਛਾ, ਮੈਂ ਹੁਣ ਇਹਦੇ ਵਿੱਚ ਤੁਹਾਨੂੰ ਵੀ ਦੱਸਣਾ ਵਾ ਕਿ ਉਹ ਮੇਰੇ ਇੱਕ ਅੰਕਲ ਨੇ, ਉਹ ਹੁੰਦੇ ਨੇ ਵਿਆਨਾ, ਤੇ ਸਾਲ ਪਿੱਛੋਂ ਉਹਨਾਂ ਨੇ ਆਉਣਾ ਹੁੰਦਾ ਕੋਈ 2-3 ਮਹੀਨੇ ਵਾਸਤੇ, ਤੇ ਉਹ ਅਕਸਰ ਕਹਿੰਦੇ ਹੁੰਦੇ ਸੀ ਕਿ ਅਸੀਂ ਖਾਣ ਪੀਣ ਦੇ ਮਾਮਲੇ ਦੇ ਵਿੱਚ ਇਲਿਟਰੇਟ ਲੋਕ ਆ। ਮਤਲਬ ਕਿ ਸਾਨੂੰ ਖਾਣ ਪੀਣ ਦੇ ਮਤਲਬ ਗਾਈਡ ਹੀ ਨਹੀਂ ਕੀਤਾ ਗਿਆ ਕਿ ਕਿਹੜੇ ਟਾਈਮ 'ਤੇ ਅਸੀਂ ਕੀ ਖਾਣਾ ਹੈ, ਕਿਵੇਂ ਖਾਣਾ ਹੈ। ਅਸੀਂ ਪੰਜਾਬੀ ਹਾਂ, ਅਸੀਂ ਬਸ ਖਾਣਾ ਹੀ ਖਾਣਾ ਹੈ। ਤੇ ਇਹ ਸਿਰਫ ਇੱਕ ਹਫ਼ਤਾ ਹੋਇਆ ਮੈਂ ਥੋੜ੍ਹੀ ਜਿਹੀ ਕੇਅਰ ਕੀਤੀ ਹੈ ਖਾਣ ਪੀਣ ਦੇ ਮੁਤਲਕ, ਤੇ ਉਹ ਕੇਅਰ ਦੇ ਨਾਲ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਜਿਵੇਂ ਆਪਣਾ ਇੱਕ ਤਾਂ ਮੇਰਾ ਜਿਸਮ ਘਟਿਆ ਹੈ, 2.5 ਕਿਲੋ ਤਕਰੀਬਨ ਮੇਰਾ ਵਜ਼ਨ ਪਹਿਲੇ ਨਾਲੋਂ ਘੱਟ ਹੋ ਗਿਆ। ਐਕਸਰਸਾਈਜ਼ ਲਾਉਣ ਨਾਲ ਨਹੀਂ ਹੋਇਆ, ਉਹ ਡਾਈਟ ਦੇ ਨਾਲ ਹੋਇਆ। ਡਾਈਟ ਕਿਵੇਂ, ਮੈਨੂੰ ਇਸ ਤਰ੍ਹਾਂ ਫੀਲ ਹੁੰਦਾ ਜਿਵੇਂ ਮੈਂ ਪਹਿਲੇ ਨਾਲੋਂ ਜ਼ਿਆਦਾ ਖਾਣਾ ਵਾਂ। ਜਿੰਨੇ ਵੀ ਸਾਡੇ ਦੁਕਾਨਦਾਰ ਨੇ, ਜਿਹੜਾ ਬੰਦਾ 7-8 ਘੰਟੇ ਬਹਿੰਦਾ ਹੈ ਉਹਦੇ ਦੁਕਾਨਦਾਰ ਆ ਗਏ, ਹੋਰ ਮਜ਼ੀਦ ਐਸੇ ਦੋਸਤ ਜਿਹੜੇ ਦਫ਼ਤਰਾਂ ਦੇ ਵਿੱਚ ਬਹਿੰਦੇ ਨੇ, ਉਹਨਾਂ ਵਾਸਤੇ 1 ਘੰਟਾ ਐਕਸਰਸਾਈਜ਼ ਕਰਨੀ ਜ਼ਰੂਰੀ ਹੈ। ਚਾਹੇ ਉਹ ਐਕਸਰਸਾਈਜ਼ ਕਰਨ, ਚਾਹੇ ਉਹ ਵਾਕ ਕਰਨ, ਚਾਹੇ ਉਹ ਬੈਡਮਿੰਟਨ ਖੇਡ ਲੈਣ, 1 ਘੰਟਾ ਕਮ ਅਜ਼ ਕਮ ਉਹਨਾਂ ਨੂੰ ਕੋਈ ਨਾ ਕੋਈ ਇੱਕ ਚੀਜ਼ ਕਰਨੀ ਜ਼ਰੂਰੀ ਹੈ। ਉਹਦੀ ਰੀਜ਼ਨ ਹੈ, ਅਗਰ ਤੁਸੀਂ ਨਾ ਕਰੋਗੇ ਤੇ ਫਿਰ ਤੁਸੀਂ ਬਿਮਾਰੀਆਂ ਦੇ ਨਜ਼ਦੀਕ ਹੁੰਦੇ ਜਾਓਗੇ, ਮਿਹਦਾ ਤੁਹਾਡਾ ਵਰਕ ਨਹੀਂ ਕਰਨਾ, ਤੁਹਾਡੀ ਤਬੀਅਤ ਵੀ ਅਪਸੈਟ ਰਹੇਗੀ ਉਹਦੇ ਨਾਲ, ਤੇ ਗੋਲੀਆਂ ਖਾਣੀਆਂ ਤੁਸੀਂ ਸ਼ੁਰੂ ਕਰ ਦਿਓਗੇ। ਜਿਹੜੇ ਦੋਸਤਾਂ ਦੀ 40 ਸਾਲ ਏਜ ਹੋ ਗਈ ਨਾ, ਜਿਹੜੇ ਸਾਡੇ ਹਮ ਏਜ ਨੇ, ਉਹਨਾਂ ਵਾਸਤੇ ਵਾਕ ਬਹੁਤ ਜ਼ਰੂਰੀ ਹੈ, ਜਿਹੜੇ 8 ਘੰਟੇ ਬਹਿੰਦੇ ਨੇ। ਤੇ ਅੱਗੇ ਤੁਸੀਂ ਸਾਹਿਬ ਦੱਸੋ ਜ਼ਰਾ। ਭਾਈ ਜਿਹੜੇ 8 ਘੰਟੇ ਬਹਿੰਦੇ ਨੇ, ਉਹ ਬਹਿੰਦੇ ਨੇ ਨਾਲ ਚਾਹਾਂ ਪੀਂਦੇ ਨੇ, ਠੀਕ ਹੈ। ਮੇਰੇ ਦੁਕਾਨਦਾਰ ਦੇ ਮੇਨ ਜਿਹੜਾ ਨਾ ਕੋਈ ਮਹਿਮਾਨ ਆਇਆ ਜਾਂ ਕੋਈ ਵੀ ਆਇਆ, ਚਾਹ ਮੰਗਾ ਲਓ ਜੀ, ਨਾਲ ਉਹਨੇ ਵੀ ਪੀਣੀ ਹੈ। ਉਹ ਜਿਹੜਾ ਚਾਹ ਹੁਣ ਅਸੀਂ ਆਪਾਂ ਇੱਥੇ ਕਿੰਨੀ ਚਾਹ ਮੰਗਵਾਉਂਦੇ ਨੇ, ਪੀਂਦੇ ਰਹੇ ਆ ਚਾਹੇ, ਉਹ ਪੇਟ ਖਰਾਬ ਹੋ ਜਾਣਾ, ਮਤਲਬ ਕਿ ਪੇਟ ਕੀ ਖਰਾਬ ਨਹੀਂ ਹੋਣਾ, ਅਸੀਂ ਚਾਹ ਦੇ ਹੀ ਬਸ ਰਹਿਣਾ ਹੈ, ਖਾਣਾ ਪੀਣਾ ਤਾਂ ਹੈਗਾ ਕੁਛ ਨਹੀਂ, ਉਮੀਦ ਨੇ ਖਰਾਬ ਹੀ ਹੋਣਾ। ਤੇ ਉਹ ਇਸ ਤਰ੍ਹਾਂ ਹੈ ਕਿ ਜਿਹੜਾ ਨਾ ਚਾਹ ਦੀ ਜਗ੍ਹਾ 60,000 ਰੁਪਇਆ ਦੇ ਦਿਓ, ਚਾਹ ਦੀ ਜਗ੍ਹਾ ਤੇ ਕਾਹਵਾ ਜਿਹੜਾ ਨਾ ਉਹ ਬੰਦਾ ਬਣਾ ਕੇ ਪੀ ਲੈ, ਜਿਵੇਂ ਆਪਾਂ ਅੱਜ ਕੱਲ੍ਹ ਪੀ ਰਹੇ ਹਾਂ। ਚਾਹ ਛੱਡੀ ਹੋਈ ਹੈ। ਅੱਛਾ, ਮੈਂ ਬੜੇ ਸਕੂਨ ਚ ਮੈਂ ਨਾ ਤੁਹਾਨੂੰ ਥੋੜਾ ਡਾਈਟ ਦੇ ਮਤਲਬ ਗਾਈਡ ਕਰਨਾ। ਹਰ ਬੰਦੇ ਦੇ ਮੋਬਾਈਲ ਦੇ ਵਿੱਚ ਅੱਜ ਕੱਲ੍ਹ ਚੈਟ GPT ਹੈਗਾ। ਤੁਸੀਂ ਆਪਣੀ ਹਾਈਟ ਦੱਸੋ, weight ਦੱਸੋ, ਔਰ ਉਹ ਅਗਰ ਤੁਸੀਂ weight gain ਕਰਨਾ ਚਾਹੁੰਦੇ ਜੇ ਫਿਰ ਵੀ ਉਹਨੂੰ ਪੁੱਛ ਲਓ, ਅਗਰ weight loss ਕਰਨਾ ਚਾਹੁੰਦੇ ਫਿਰ ਵੀ ਉਹਨੂੰ ਪੁੱਛ ਲਵੋ। ਤੇ ਮੇਰਾ ਤੇ ਵਜ਼ਨ ਚੈਟ GPT ਨੇ ਘਟਾਇਆ। ਮੇਰੇ ਇੱਕ ਦੋਸਤ ਨੇ, ਹਾਫਿਜ਼ ਬਿਲਾਲ ਸਾਹਿਬ, ਸਾਊਦੀ ਅਰਬ, ਵੈਸੇ ਤਾਂ ਉਹ ਜੋਬ ਕਰਦੇ ਨੇ, ਅੱਜ ਕੱਲ੍ਹ ਉਹ ਆਏ ਹੋਏ ਨੇ, ਉਹਨਾਂ ਨੇ 22 ਕਿਲੋ ਵਜ਼ਨ ਘਟਾਇਆ ਤਕਰੀਬਨ 1 ਸਾਲ ਦੇ ਵਿੱਚ। ਔਰ ਉਹ ਕਹਿੰਦੇ ਨੇ ਕਿ ਮੇਰੀ, ਉਹਨਾਂ ਦਾ ਵੀ 8-10 ਘੰਟੇ ਬਹਿਣ ਦੀ ਡਿਊਟੀ ਹੈ, ਤੇ ਕਹਿੰਦੇ ਬਿਲਕੁਲ ਮੈਂ ਚੱਲਦਾ ਨਹੀਂ ਸਾਂ, ਔਰ ਮੈਂ ਚੈਟ GPT ਨਾਲ ਸਿਰ ਖਪਾਉਂਦਾ ਰਿਹਾ। ਉਹਨੇ ਮੈਨੂੰ ਡਾਈਟ ਹੀ ਇਸ ਤਰੀਕੇ ਨਾਲ ਕਰਾਈ ਹੈ, ਨਾ ਮੈਨੂੰ ਕਮਜ਼ੋਰੀ ਹੋਈ ਹੈ ਤੇ ਨਾ ਹੀ ਆਪਣਾ ਮੇਰੀ ਸਿਹਤ ਨੂੰ ਕੋਈ ਫਰਕ ਪਿਆ, ਔਰ ਮੇਰਾ ਵਜ਼ਨ ਵੀ ਘਟ ਗਿਆ। ਸਾਡੇ 2 ਦੋਸਤ ਨੇ, ਉਹਨਾਂ ਨੇ ਰੋਜ਼ਿਆਂ ਦੇ ਵਿੱਚ ਡਾਈਟਿੰਗ ਕੀਤੀ ਹੈ
ਡਾਈਟਿੰਗ ਉਹਨਾਂ ਨੇ ਬਹੁਤ ਜ਼ਿਆਦਾ ਕਿ ਇੱਕ ਤਾਂ ਰੋਜ਼ਾ ਰੱਖਿਆ ਹੋਣਾ ਹੈ ਤੇ ਰੋਜ਼ੇ ਤੋਂ ਬਾਅਦ ਵੀ ਕੁਝ ਨਹੀਂ ਖਾਣਾ, ਥੋੜਾ ਬਹੁਤਾ ਕੁਝ ਖਾ ਲੈਣਾ ਹੈ, ਤੇ ਉਹਦੇ ਨਾਲ ਉਹਨਾਂ ਦੇ ਮਸਲਸ ਕਮਜ਼ੋਰ ਹੋ ਗਏ ਨੇ, ਉਹਨਾਂ ਕੋ ਬੈਠਿਆ ਨਹੀਂ ਜਾਂਦਾ ਜ਼ਿਆਦਾ ਦੇਰ, ਬੋਲਿਆ ਨਹੀਂ ਜਾਂਦਾ। ਬੋਲਿਆ ਨਹੀਂ ਜਾਂਦਾ, ਪੇਨ ਸ਼ੁਰੂ ਹੋ ਜਾਂਦੀ ਏ। ਤੇ ਐਸੀ ਡਾਈਟ ਨਾ ਕਰੋ ਜਿਹਦੇ ਨਾਲ ਤੁਹਾਡੀ ਤਬੀਅਤ ਹੀ ਅਪਸੈਟ ਹੋ ਜਾਏ। ਯਾਰ ਜਿਸ ਦਿਨ ਦੀ ਮੈਂ ਐਕਸਰਸਾਈਜ਼ ਸ਼ੁਰੂ ਕੀਤੀ ਨਾ ਬਈ, ਹੂੰ ਮੈਂ ਆਪਣੇ ਆਪ ਨੂੰ ਬੜਾ ਹੌਲਾ, ਬਿਲਕੁਲ ਲਾਈਟ ਵੇਟ ਨਹੀਂ ਜਿਵੇਂ ਚੀਜ਼ ਹੁੰਦੀ ਉਵੇਂ ਮਹਿਸੂਸ ਕਰਨਾ। ਟੁਰਿਆਂ ਵੀ ਸੀੜੀਆਂ ਚੜੀ ਦੀਆਂ, ਥੱਲੇ ਆਈਦਾ, ਉੱਤੇ ਵੀ ਜਾਈਦਾ, ਤੇ ਪਹਿਲੇ ਟੁਰਦੇ ਆ ਉੱਤੇ ਜਾਣ ਲੱਗੇ ਨਾ ਦਰਦ, ਮਤਲਬ ਕਿ ਥੱਕ ਜਾਂਦਾ ਸੀ। ਹੁਣ ਮੈਂ ਨਹੀਂ ਥੱਕਦਾ, ਮਤਲਬ ਕਿ ਭੱਜ ਕੇ ਉੱਤੇ ਚੜ ਜੀਦਾ, ਭੱਜ ਕੇ ਥੱਲੇ, ਮਤਲਬ ਕਿ ਤੁਸੀਂ ਫੈਦਰ ਜਨਾਬ ਐਕਸਰਸਾਈਜ਼ ਸ਼ੁਰੂ ਕਰਨ ਤੋਂ ਪਹਿਲੇ 4-4 ਪਰਾਠੇ ਖਾ ਜਾਂਦਾ ਆ ਸੀ। 4-4 ਐਵੇਂ ਹੀ। ਤੇ ਹੁਣ ਜਿਹੜਾ ਨਾ ਉਹ ਧਿਆਨ ਕਰਦਾ ਕਿ 4 ਪਰਾਠੇ ਨਹੀਂ ਖਾਣੇ, ਚਲੋ ਦੋਵਾਂ ਦੇ ਗੁਜ਼ਾਰਾ ਮੁਨਾਸਬ ਕਰ ਖਾ ਲਓ, ਟਾਈਮ ਬਾਅਦ ਫਿਰ ਕੁਝ ਖਾ ਲਓ ਤੁਸੀਂ, ਲੇਕਿਨ ਇੱਕ ਟਾਈਮ ਦੇ ਵਿੱਚ ਹੀ ਤੁਸੀਂ ਸਾਰਾ ਹੜਪ ਕਰ ਲਓ, ਉਹ ਨਹੀਂ ਸਹੀ ਹੈਗਾ। ਮੈਂ ਥੋੜਾ ਥੋੜਾ ਕਰਕੇ ਮੈਂ ਤੁਹਾਨੂੰ ਆਪਣੀ ਡਾਈਟ ਦੇ ਮੁਤਲਕ ਦੱਸਣਾ। ਸਵੇਰ ਉੱਠਣਾ ਜਨਾਬ, 2 ਅੰਡੇ ਫਰਾਈ ਨਾਲ ਬਰਾਊਨ ਬ੍ਰੈਡ, ਉਸ ਤੋਂ ਬਾਅਦ 12 ਕੁ ਵਜੇ ਤਕਰੀਬਨ, ਨਹੀਂ ਸਵੇਰ ਸਭ ਨਾਲ ਪਹਿਲੇ ਉੱਠਦੇ ਆ ਨਾਲ ਦਹੀਂ 'ਚ ਚੀਆ ਸੀਡ ਪਾ ਕੇ ਪੀ ਲਵੋ। ਉਸ ਤੋਂ ਬਾਅਦ ਘੰਟੇ ਬਾਅਦ ਤੁਸੀਂ ਨਾਸ਼ਤਾ ਕਰ ਲਓ, 2 ਅੰਡੇ ਬਰਾਊਨ ਬ੍ਰੈਡ ਖਾ ਲਵੋ। ਉਸ ਤੋਂ ਬਾਅਦ ਦੁਪਹਿਰ ਨੂੰ ਖੀਰਾ, ਸੇਬ, ਕੋਈ ਨਾ ਕੋਈ ਇੱਕ ਚੀਜ਼ ਇਸ ਤਰ੍ਹਾਂ ਦੀ ਲੈ ਲਵੋ। ਫਿਰ 12-1 ਵਜੇ ਜਿਹੜਾ ਨਾ 1-1:30 ਵਜੇ ਜਾ ਕੇ ਇੱਕ ਚਿਕਨ ਦਾ ਪੀਸ ਲੈ ਲਓ 250 ਗ੍ਰਾਮ ਦਾ, ਤੇ ਨਾਲ ਇੱਕ ਰੋਟੀ ਖਾ ਲਵੋ। ਤੇ ਸ਼ਾਮ ਨੂੰ ਫਿਰ ਇਸ ਤਰ੍ਹਾਂ ਹੀ ਤੁਸੀਂ ਜਿਹੜਾ ਨਾ ਸ਼ਾਮ ਤੋਂ ਪਹਿਲੇ ਬਲਕਿ ਤੁਸੀਂ ਚਾਹ ਦੇ ਨਾਲ ਕੋਈ ਚੀਜ਼ ਲੈ ਲਵੋ, ਤੇ ਸ਼ਾਮ ਨੂੰ ਫਿਰ ਥੋੜਾ ਬਹੁਤਾ ਕੁਝ ਖਾ ਕੇ ਤੇ ਉਹ ਐਂਡ ਹੋ ਜਾਂਦਾ। ਮੈਂ ਅਗਰ ਪਹਿਲੇ ਦੀ ਬਨਿਸਬਤ ਦੇਖਾਂ ਨਾ ਤੇ ਮੈਂ ਜ਼ਿਆਦਾ ਖਾਣਾ ਪਿਆ ਵਾਂ। ਸਵੇਰ ਨੂੰ ਨਾਸ਼ਤਾ ਕਰਕੇ ਆਈਦਾ ਸੀ ਘਰੋਂ, ਤੇ ਸਾਰੀ ਦਿਹਾੜੀ ਉਵੇਂ ਬੈਠੇ ਰਹਿਣਾ, ਚਾਹਾਂ ਪੀਤੀ ਜਾਣੀਆਂ ਨੇ, ਤੇ 2-3 ਵਜੇ ਜਾ ਕੇ ਰੋਟੀ ਖਾਣੀ ਹੈ, ਤੇ ਰੋਟੀ ਖਾ ਕੇ ਫਿਰ ਬੈਠੇ ਤਾਂ ਹੋਏ ਹੀ ਆ, ਤੇ ਫਿਰ ਜਾ ਕੇ ਸ਼ਾਮ ਨੂੰ ਰਾਤ ਨੂੰ 12-1-2 ਵਜੇ ਜਾਂ 버ਗਰ ਖਾ ਲਿਆ, ਪੀਜ਼ਾ ਖਾ ਲਿਆ। ਟਾਈਮਾਂ ਆ ਸਿਸਟਮ ਅਸਲ ਜਿਹੜੀ ਸ਼ੂਗਰ ਹੁੰਦੀ ਪਈ ਜਿੰਨੀ ਵੀ ਜ਼ਿਆਦਾ, ਉਹ ਆਪਣੇ ਲਾਈਫ ਸਟਾਈਲ ਦੀ ਵਜ੍ਹਾ ਤੋਂ ਹੁੰਦੀ ਪਈ ਹੈ, ਹੋਰ ਕੋਈ ਰੀਜ਼ਨ ਨਹੀਂ ਗੀ। ਸਾਡਾ ਲਾਈਫ ਸਟਾਈਲ ਬਣ ਹੀ ਇਹੋ ਜਿਹਾ ਗਿਆ ਕਿ ਅਸੀਂ ਲੇਟ ਨਾਈਟ ਖਾਣਾ ਹੈ ਤੇ ਰੋਟੀ ਹਜ਼ਮ ਨਹੀਂ ਹੁੰਦੀ ਤੇ ਸ਼ੂਗਰ ਹੋ ਜਾਂਦੀ ਹੈ। ਇਸ ਗੱਲੋਂ ਅਸੀਂ ਸਾਰੇ ਦੋਸਤਾਂ ਨੂੰ ਕਹਿੰਦੇ ਆ ਕਿ ਨਾਲ ਐਕਸਰਸਾਈਜ਼ ਸ਼ੁਰੂ ਕਰੋ, ਐਕਸਰਸਾਈਜ਼ ਬਹੁਤ ਜ਼ਰੂਰੀ, ਔਰ ਬੈਡਮਿੰਟਨ ਖੇਲੋ, ਕੋਈ ਨਾ ਕੋਈ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਐਕਟੀਵਿਟੀ ਜ਼ਰੂਰ ਕਰੋ। ਜਿਸਲੇ ਬੱਚੇ ਹੋ ਜਾਂਦੇ ਨੇ ਜਵਾਨ, ਤੁਹਾਡੀ ਯਾਨੀ ਕਿ 40 ਕੁ ਸਾਲ 45 ਸਾਲ ਏਜ ਹੋ ਜਾਂਦੀ ਨਾ, ਤੇ ਫਿਰ ਜਿੰਨੀ ਦੇਰ ਤੱਕ ਬੰਦਾ ਆਪਦੀ ਕੇਅਰ ਆਪ ਨਾ ਕਰੇ, ਕੋਈ ਦੂਸਰਾ ਬੰਦਾ ਨਹੀਂ ਉਹਨੂੰ ਕਹਿੰਦਾ ਕੇਅਰ ਕਰਨ ਦਾ। ਤੇ ਆਪਣੀ ਸਿਹਤ ਦਾ ਖਿਆਲ ਰੱਖੋ। ਅਗਰ ਤੁਹਾਡੀ ਸਿਹਤ ਸਹੀ ਰਹੇਗੀ ਤੇ ਕਾਰੋਬਾਰ ਵੀ ਸਹੀ ਰਹੇਗਾ, ਬਾਕੀ ਦੁਨੀਆ ਦੇ ਸਾਰੇ ਨਿਜ਼ਾਮ ਹੀ ਚੱਲਦੇ ਰਹਿਣਗੇ। ਤੇ ਜੇ ਸਿਹਤ ਹੀ ਨਾ ਸਹੀ ਹੋਈ, ਲੱਲੇ ਵਾ ਕੋਈ 4 ਪਰਾਠੇ ਖਾ ਲੈਣੇ ਨੇ, ਤੇ ਫਿਰ ਤਬੀਅਤ ਤਾਂ ਖਰਾਬ ਹੋਣੀ ਹੀ ਹੋਣੀ ਹੈ। ਬੜਾ ਕੁਝ ਖਰਾਬ ਹੋ ਜਾਂਦਾ ਸਾਜ ਫਨੀ ਨਿਜ਼ਾਮ ਵੀ ਖਰਾਬ ਹੋ ਜਾਂਦਾ। ਮੈਂ ਕਿ ਜਿਸ ਬੰਦੇ ਨੇ ਆਪਣੀ ਡਾਈਟ ਦਾ ਖਿਆਲ ਨਹੀਂ ਕਰਨਾ, ਉਹਦੇ ਵਿੱਚ ਬਕੌਲ ਤੁਸੀਂ ਫੈਦਰ ਦੇ, ਕਿ ਉਹਦੇ ਚ ਫਨੀ ਖਰਾਬੀਆਂ ਵੀ ਕਾਫੀ ਹੋ ਜਾਂਦੀਆਂ। ਹਾਂਜੀ, ਅਸੀਂ ਜਨਾਬ ਹੁਣ ਮਜ਼ੀਦ ਅਗਲੀ ਵੀਡੀਓ ਜਿਹੜੀ ਹੈ ਹੁਣ ਜਿਮ 'ਚ ਜਾ ਕੇ ਬਣਾਵਾਂਗੇ। ਅੱਜ ਤੋਂ ਅਸੀਂ ਰੋਜ਼ਾਨਾ ਦੀ ਬੁਨਿਆਦ ਦੇ ਉੱਤੇ ਵਲੌਗ ਬਣਾਵਾ ਕਰਾਂਗੇ। ਅਸੀਂ ਦੁਬਾਰਾ ਹੁਣ ਐਕਟਿਵ ਹੋ ਗਏ ਹਾਂ ਜੀ। ਮਿਹਰਬਾਨੀ। ਪਾਕਿਸਤਾਨ ਜ਼ਿੰਦਾਬਾਦ।